ਗੱਲ ਆਪਾਂ ਕਰਦੇ ਹਾਂ ਅੱਜ ਟੂਰਿਸਟ ਵੀਜ਼ਾ ਕੈਨੇਡਾ ਦਾ ਜੇ ਆਪਾਂ ਅਪਲਾਈ ਕਰਨਾ ਹੋਵੇ ਔਨਲਾਈਨ। GCK ਅਕਾਊਂਟ ਆਪਾਂ ਜਿੱਦਾਂ ਪਹਿਲਾਂ ਬਣਾ ਲਿਆ ਸੀਗਾ, ਰਜਿਸਟ੍ਰੇਸ਼ਨ ਹੋ ਚੁੱਕੀ ਸੀਗੀ। ਸੋ ਆਪਾਂ ਉਹਨੂੰ ਅੱਗੇ ਲੌਗਇਨ ਕਿੱਦਾਂ ਕਰਨਾ ਹੈ, ਫਰਦਰ ਫਾਰਮ ਨੂੰ, ਇਹ ਸੈਕਿੰਡ ਸਟੈਪ ਹੈ ਕਿ ਫਾਰਮ ਆਪਾਂ ਭਰਨਾ ਕਿੱਦਾਂ IRCC ਦੀ ਸਾਈਟ ਦੇ ਉੱਤੇ। ਸੋ GCK ਦੇ ਵਿੱਚ ਆਪਾਂ ਜਾ ਕੇ ਲੌਗਇਨ ਕਰਨਾ। ਯੂਜ਼ਰ ਪਾਸਵਰਡ ਤੁਸੀਂ ਪਹਿਲਾਂ ਬਣਾ ਲਿਆ ਸੀਗਾ, ਤੁਹਾਨੂੰ ਦੱਸਿਆ ਸੀਗਾ ਵੀ ਇਹਨੂੰ ਸੇਵ ਕਰ ਲਓ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਯੂਜ਼ਰ ਪਾਸਵਰਡ ਅਤੇ ਉਹਦਾ ਜਿਹੜੇ ਸਿਕਿਉਰਿਟੀ ਦੇ ਕੁਐਸਚਨ ਹੁੰਦੇ ਨਾ, ਆਪਾਂ ਨੂੰ ਥੋੜ੍ਹੇ ਸਾਰੇ ਲਿਖੇ ਹੋਣੇ ਚਾਹੀਦੇ ਤਾਂ ਕਿ ਤੁਸੀਂ ਟਾਈਮ 'ਤੇ ਜਦੋਂ ਫਾਰਮ ਫਿਲ ਕਰਦੇ ਹੋ ਤੁਹਾਨੂੰ ਸਿਕਿਉਰਿਟੀ ਕੁਐਸਚਨ ਉਹ ਪੁੱਟ ਕਰਦਾ ਉਸ ਟਾਈਮ। ਸੋ ਇਹ ਨਾ ਹੋਵੇ ਤੁਸੀਂ ਭੁੱਲ ਜਾਓ ਉਸ ਟਾਈਮ। ਸੋ ਆਪਾਂ ਆਪਣਾ ਯੂਜ਼ਰ ਪਾਸਵਰਡ ਭਰ ਕੇ ਜਿਹੜਾ ਫਰਦਰ ਸਟੈਪ ਆ ਉਹਨੂੰ ਕਰਨ ਲੱਗਿਆ ਅੱਜ ਇਹਨੂੰ ਸਾਈਨ ਇਨ ਕਰਾਂਗੇ। ਸੋ ਕੰਟੀਨਿਊ ਕਰੀਏ। ਟਰਮਸ ਐਂਡ ਕੰਡੀਸ਼ਨ, ਇਹ ਟਰਮਸ ਸਾਰੀਆਂ ਪੜ੍ਹ ਲਓ ਇੱਕ ਵਾਰੀ ਅਤੇ ਇਹਨੂੰ ਐਕਸੈਪਟ ਕਰ ਲਓ। ਕੋਈ ਇੱਦਾਂ ਦਾ ਕੁਛ ਨਹੀਂ ਹੈਗਾ ਕਿ ਨਾ ਕਰਨਾ ਹੋ। ਸੋ ਇਹਨੇ ਛੋਟੀ ਕੁਐਸਚਨ ਵਿੱਚ ਇਜ਼ ਯੋਰ ਫਸਟ 4 ਵੀਲਰ ਹੈ ਨਾ, ਮੈਨੂੰ ਪੁੱਛਦਾ ਵੀ ਤੁਹਾਡੀ ਪਹਿਲਾਂ ਕਾਰ ਕਿਹੜੀ ਸੀ, ਆਪਣੇ ਕੋਲ ਜਿਪਸੀ ਸੀ, ਆਪਾਂ ਲਿਖਤਾ। ਸੋ ਇਹਨੇ ਇਹੀ ਪੁੱਛਣਾ, ਸਿਕਿਉਰਿਟੀ ਕੁਐਸਚਨ ਪੁੱਛਦਾ, ਉਸ ਤੋਂ ਤੁਹਾਨੂੰ ਨੈਕਸਟ ਪੇਜ ਦੇ ਉੱਤੇ ਲੈ ਜਾਂਦਾ। ਨੈਕਸਟ ਪੇਜ ਦੇ ਵਿੱਚ ਆਪਾਂ ਜਾਵਾਂਗੇ ਅਤੇ ਅਪਲਾਈ ਕਰਦੇ ਹਾਂ। ਸਕਰੋਲ ਕਰੋ ਨੀਚੇ, ਨਿਊ ਐਪਲੀਕੇਸ਼ਨ ਦੀ ਅਪਲਾਈ ਟੂ ਕਮ ਟੂ ਕੈਨੇਡਾ, ਠੀਕ ਹੈ ਨਾ, ਇਹਦੇ ਵਿੱਚ ਆਪਾਂ ਕਲਿੱਕ ਮਾਰਨਾ। ਪਲੀਜ਼ ਐਂਟਰ ਯੋਰ ਪਰਸਨਲ ਰੈਫਰੈਂਸ ਕੋਡ। ਸੋ ਆਪਣੇ ਕੋਲ ਰੈਫਰੈਂਸ ਕੋਡ ਤਾਂ ਕੋਈ ਨਹੀਂ ਹੈਗਾ। ਸੋ ਤੁਸੀਂ ਇਹਨੂੰ ਥੱਲੇ ਸਕਰੋਲ ਕਰੋ, ਪਹਿਲੇ ਵਾਲਾ ਆਪਸ਼ਨ ਸਿਲੈਕਟ ਕਰਨਾ ਵਿਜ਼ਟਰ ਵੀਜ਼ਾ, ਜੇ ਆਪਾਂ ਵਿਜ਼ਟਰ ਚੱਲੇ ਹਾਂ। ਠੀਕ ਹੈ, ਇਹ ਤੁਹਾਨੂੰ ਅੱਗੇ ਫਾਰਮ ਖੋਲ ਲੈਂਦਾ ਹੈ। ਵਟ ਵੁੱਡ ਯੂ ਲਾਈਕ ਟੂ ਡੂ ਕੈਨੇਡਾ ਦੇ ਵਿੱਚ ਆਪਾਂ ਕਰਨ ਕੀ ਚੱਲੇ ਹਾਂ ਜੀ, ਆਪਾਂ ਵਿਜ਼ਟਰ ਜਾਣਾ। ਸੋ ਆਪਾਂ ਇਹਦੇ ਵਿੱਚ ਵਿਜ਼ਿਟ ਸਿਲੈਕਟ ਕਰਾਂਗੇ। ਦੂਜੇ 'ਚ ਵੀ ਤੁਹਾਨੂੰ ਹਾਊ ਲੌਂਗ ਯੂ ਆਰ ਪਲੈਨਿੰਗ ਟੂ ਸਟੇ ਇਨ ਕੈਨੇਡਾ ਹੈ ਨਾ, ਇਹ ਥੋੜ੍ਹੇ ਕੁਐਸਚਨ ਹੈਗੇ, ਇਹਦਾ ਜਵਾਬ ਆਪਾਂ ਬੜੇ ਧਿਆਨ ਨਾਲ ਦਿੰਦੇ ਹਾਂ, ਤੁਹਾਨੂੰ ਦੱਸਦਾ ਕੀ ਕਰਨਾ। ਸੋ ਪਹਿਲੇ ਆਪਸ਼ਨ 'ਤੇ ਜਦੋਂ ਆਪਾਂ ਕਲਿੱਕ ਮਾਰਾਂਗੇ ਅਤੇ ਉਹ ਸਾਨੂੰ ਲਿਸਟ ਖੋਲ੍ਹੇਗਾ। ਲਿਸਟ ਦੇ ਵਿੱਚ ਆਪਾਂ ਇਹਦੇ ਵਿੱਚ ਕਿਉਂ ਵਿਜ਼ਿਟ ਚੱਲੇ ਹਾਂ ਤਾਂ ਵਿਜ਼ਿਟ ਭਰਾਂਗੇ। ਸੈਕਿੰਡ ਵਿੱਚ ਹਾਊ ਲੌਂਗ ਪੁੱਛਦਾ ਕਿੰਨੀ ਦੇਰ ਤੁਸੀਂ ਰੁਕਣਾ ਹੈ। ਸੋ ਆਪਾਂ 6 ਮਹੀਨੇ ਤੋਂ ਥੱਲੇ ਲਈ ਹੁੰਦਾ ਹੈ ਹਮੇਸ਼ਾ, ਜਿਹੜਾ ਟੈਂਪਰੇਰੀ ਰੈਜ਼ੀਡੈਂਸ ਹੁੰਦੀ ਹੈ ਨਾ, ਉਹ 6 ਮਹੀਨੇ ਥੱਲੇ ਹੁੰਦੀ ਹੈ ਆਪਾਂ ਵਿਜ਼ਟਰ ਜਾਂਦੇ ਹਾਂ। ਸੋ ਇਹਦੇ ਵਿੱਚ ਆਪਾਂ ਸਿਲੈਕਟ ਕਰਾਂਗੇ ਲੈਸ ਦੈਨ 6 ਮੰਥ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਪਾਸਪੋਰਟ ਦਾ ਕੋਡ ਪੁੱਛਦਾ, ਜਿਹੜਾ ਤੁਹਾਡਾ ਪਾਸਪੋਰਟ ਹੈ ਇੰਡੀਆ ਦਾ ਕੋਡ, ਤਾਂ ਆਪਾਂ ਇੰਡੀਆ ਭਰਾਂਗੇ। ਫਿਰ ਕਰੰਟ ਕੰਟਰੀ ਪੁੱਛ ਰਿਹਾ ਤੁਹਾਡੀ ਕਿਹੜੀ ਹੈ, ਵੀ ਇੰਡੀਆ ਤੋਂ ਹੀ ਆ ਰਹੇ ਹੋ ਕਿਸੇ ਹੋਰ ਕੰਟਰੀ ਤੋਂ ਆ ਰਹੇ ਹੋ। ਸੋ ਆਪਾਂ ਇੰਡੀਆ ਭਰਾਂਗੇ, ਆਪਾਂ ਇੰਡੀਆ ਤੋਂ ਆਉਣਾ ਤਾਂ ਇੰਡੀਆ ਤੋਂ ਹੀ ਇੱਥੇ ਇੰਡੀਆ ਸਿਲੈਕਟ ਕਰ ਲੈਂਦੇ। ਫਿਰ ਦੁਬਾਰਾ ਇੱਥੇ ਤੁਹਾਡਾ ਕੋਈ ਤੁਹਾਡਾ ਫੈਮਿਲੀ ਮੈਂਬਰ ਹੈਗਾ ਕੋਈ ਕੈਨੇਡਾ ਦਾ PR ਦੇ ਵਿੱਚ, ਨਹੀਂ ਹੈਗਾ ਆਪਾਂ ਨਹੀਂ ਕਰਾਂਗੇ ਉਹਨੂੰ। ਸੋ ਇਹਦੇ ਡੇਟ ਆਫ ਬਰਥ ਪਾ ਦਿਓ, ਡੇਟ ਆਫ ਬਰਥ ਕੋਈ ਵੀ ਜਿਹੜੀ ਤੁਹਾਡੀ ਡੇਟ ਆਫ ਬਰਥ। ਮੈਂ ਤਾਂ ਇੱਕ ਸੈਂਪਲ ਫੋਰਮ ਬਣਾ ਰਿਹਾ, ਸੋ ਮੈਂ ਅੱਧੀ ਡੇਟ ਆਫ ਬਰਥ ਪਾ ਰਿਹਾ। ਆਪਣੀ ਜਿਹੜੀ ਤੁਹਾਡੀ ਡੇਟ ਆਫ ਬਰਥ ਹੈ ਉਹਨੂੰ ਪਹਿਲਾਂ ਸਾਲ ਪਾ ਲੈਣਾ, ਫਿਰ ਮਹੀਨਾ ਪਾ ਲੈਣਾ, ਸੋ ਫਿਰ ਡੇਟ ਪਾ ਲੈਣੀ ਹੈ। ਨੈਕਸਟ ਕਰਦੇ ਹਾਂ। ਹੈਵ ਯੂ ਲਿਵਡ ਇਨ ਕੈਨੇਡਾ ਐਜ਼ ਅ ਪਰਮਾਨੈਂਟ ਰੈਜ਼ੀਡੈਂਸ। ਕੋਈ ਨਹੀਂ ਰਹੇ ਜੀ, ਤੁਸੀਂ ਪਰਮਾਨੈਂਟ ਰੈਜ਼ੀਡੈਂਸ ਕਦੇ ਰਹੇ ਹੋ ਕੈਨੇਡਾ ਦੇ ਵਿੱਚ? ਨਹੀਂ ਰਹੇ। ਸੋ ਇਹਦੇ ਵਿੱਚ ਆਪਾਂ ਨੋ ਕਰਾਂਗੇ। ਆਰ ਯੂ ਲਾਫੁਲੀ ਪਰਮਾਨੈਂਟ ਰੈਜ਼ੀਡੈਂਸ ਆਫ ਦਾ ਯੂਨਾਈਟਿਡ ਸਟੇਟ। ਅਤੇ ਕਦੇ ਲਾਫੁਲੀ ਯੂਨਾਈਟਿਡ ਸਟੇਟਸ ਦੇ ਸਿਟੀਜ਼ਨਸ਼ਿਪ ਰਹੀ ਹੈ, ਜਾਂ ਮਤਲਬ ਅਸੀਂ ਸਾਡੇ ਕੋਲ ਵੀਜ਼ਾ ਹੈਗਾ ਕੋਈ? ਨਹੀਂ ਹੈਗਾ, ਸੋ ਨੋ ਕਰਾਂਗੇ। ਵਾਟ ਇਜ਼ ਯੋਰ ਮੈਰੀਟਲ ਸਟੇਟਸ ਪੁੱਛਦਾ, ਵੀ ਜੇ ਮੈਰਿਡ ਹੋ, ਸਿੰਗਲ ਹੋ, ਜੋ ਵੀ ਤੁਸੀਂ ਹੋ ਭਰੋ। ਅਸੀਂ ਮੈਰਿਡ ਆ ਅਤੇ ਇੱਥੇ ਮੈਰਿਡ ਲਿਖਾਂਗੇ। ਦੇਖ ਲਓ ਤੁਸੀਂ ਆਰਾਮ ਨਾਲ ਕੀ ਤੁਹਾਡਾ ਕੀ ਸਟੇਟਸ ਬਣਦਾ। ਸੋ ਆਪਾਂ ਮੈਰਿਜ ਸੈੱਟ ਕਰਨਾ। ਵਾਟ ਇਜ਼ ਯੋਰ ਪ੍ਰੋਵਿੰਸ ਆਫ ਡੈਸਟੀਨੇਸ਼ਨ, ਜਾਣਾ ਕਿੱਥੇ ਆ ਤੁਸੀਂ? ਸਭ ਤੋਂ ਪਹਿਲਾਂ ਜਦੋਂ ਤੁਸੀਂ ਕੈਨੇਡਾ ਜਾਓਗੇ ਤਾਂ ਉੱਥੇ ਮੇਨ ਡੈਸਟੀਨੇਸ਼ਨ ਤੁਹਾਡਾ ਸਟਾਰਟਿੰਗ ਦੇ ਵਿੱਚ ਕਿਹੜਾ ਰਹੇਗਾ? ਸੋ ਆਪਾਂ ਇਹਦੇ ਵਿੱਚ
ਬ੍ਰਿਟਿਸ਼ ਕੋਲੰਬੀਆ ਕਰਦੇ ਹਾਂ ਸਿਲੈਕਟ। ਯਾਰ ਹਰ ਵਾਰੀ ਖੁੱਲ ਜਾਂਦਾ ਵਿੱਚ। ਵਾਟ ਇਜ਼ ਯੋਰ ਪ੍ਰੋਵਿੰਸ ਆਫ ਡੈਸਟੀਨੇਸ਼ਨ? ਕੋਲੰਬੀਆ ਬਾਤਾ, ਠੀਕ ਹੈ ਨਾ। ਸੋ ਵਿਜ਼ਟਰ ਵੀਜ਼ਾ ਕਹਿੰਦੇ ਤੁਹਾਡਾ ਰਿਜ਼ਲਟ ਇਹ ਕਹਿੰਦਾ ਕਿ ਤੁਸੀਂ ਐਲੀਜੀਬਿਲਟੀ ਤੁਹਾਡੀ ਹੈਗੀ ਆ, ਤੁਸੀਂ ਕਰ ਸਕਦੇ ਹੋ। $100 ਤੁਹਾਡੀ ਫੀਸ ਲੱਗੇਗੀ, $85 ਤੁਹਾਡੇ ਬਾਇਓਮੈਟ੍ਰਿਕ ਦੇ ਲੱਗਦੇ ਆ। ਸੋ ਇਹਨੇ ਤੁਹਾਨੂੰ ਕਹਿ ਦਿੱਤਾ ਤੁਸੀਂ ਅੱਗੇ ਫਾਰਮ ਜਿਹੜਾ ਫਿਲ ਕਰ ਸਕਦੇ ਹੋ। ਪੜ੍ਹ ਲਓ ਇਹਨੂੰ ਤੇ ਕੰਟੀਨਿਊ ਕਰ ਦਿਓ। ਟਾਈਮ ਅੱਜ ਕੱਲ੍ਹ ਲੱਗ ਰਿਹਾ, ਡਿਪੈਂਡ ਕਰਦਾ, ਪਹਿਲਾਂ ਛੇਤੀ ਹੋ ਜਾਂਦਾ, 2-3 ਮਹੀਨੇ 4 ਮਹੀਨੇ ਵੀ ਲੱਗ ਰਹੇ ਆ ਕਿਸੇ ਦੇ। ਸੋ ਕੋਵਿਡ ਕਰਕੇ ਨਾ ਡਿਲੇ ਹੋ ਗਿਆ। ਵਾਟ ਇਜ਼ ਮੇਨ ਪਰਪਸ ਆਫ ਯੋਰ ਵਿਜ਼ਿਟ? ਇਹ ਕਹਿੰਦਾ ਕਿ ਵਿਜ਼ਿਟ ਕਰਨਾ ਕੀ ਹੈ, ਤੁਹਾਡਾ ਵਿਜ਼ਿਟ ਦਾ ਕਾਰਨ ਕੀ ਹੈ, ਆਪਾਂ ਜਾਣਾ ਕਾਹਦੇ ਵਾਸਤੇ? ਆਪਾਂ ਜਾਣਾ ਹੈਗਾ ਟੂਰਿਜ਼ਮ ਲਈ। ਸੋ ਟੂਰਿਜ਼ਮ ਲਿਖਾਂਗੇ। ਜੇ ਤੁਸੀਂ ਫੈਮਿਲੀ ਵਿਜ਼ਿਟ ਆ ਤਾਂ ਫੈਮਿਲੀ ਵਿਜ਼ਿਟ ਕਰੋਗੇ, ਅਦਰਵਾਈਜ਼ ਤੁਸੀਂ ਟੂਰਿਜ਼ਮ ਲਿਖੋਗੇ। ਕਹਿੰਦਾ ਇਨ ਦਾ ਲਾਸਟ 10 ਈਅਰ ਹੈਵ ਯੂ ਲੀਗਲੀ ਟਰੈਵਲਡ ਕੈਨੇਡਾ? ਜੇ ਤੁਸੀਂ ਗਏ ਹੋ ਕਦੇ ਪਿਛਲੇ 10 ਸਾਲਾਂ 'ਚ ਦੱਸੋ, ਨਹੀਂ ਗਏ ਤਾਂ ਦੱਸੋ। ਸੋ ਆਪਾਂ ਨੋ ਕਰਾਂਗੇ। ਡੂ ਯੂ ਹੈਵ ਅ ਵੈਲਿਡ ਯੂਨਾਈਟਿਡ ਸਟੇਟ US ਵੀਜ਼ਾ? ਜੇ ਵੈਲਿਡ ਵੀਜ਼ਾ ਕੋਈ ਤੁਹਾਡਾ US ਦਾ ਪਿਆ ਪਿਛਲੇ 10 ਸਾਲ ਤੋਂ ਤਾਂ ਉਹਨੂੰ ਯੈਸ ਕਰਾਂਗੇ, ਅਦਰਵਾਈਜ਼ ਨੋ ਕਰਾਂਗੇ। ਡੂ ਯੂ ਹੈਵ ਅ ਜੋਬ? ਜੇ ਤੁਹਾਡੇ ਕੋਲ ਨੌਕਰੀ ਕਰਦੇ ਹੋ ਤੁਸੀਂ ਆਪਣੀ ਕੰਟਰੀ ਤਾਂ ਇੱਥੇ ਯੈਸ ਕਰੋ। ਅਗਰ ਤੁਸੀਂ ਨੌਕਰੀ ਤੋਂ ਇਲਾਵਾ ਬਿਜ਼ਨਸ ਕਰਦੇ ਹੋ ਇੱਥੇ ਨੋ ਕਰੋ। ਸੋ ਬਿਜ਼ਨਸ ਤੋਂ ਦੂਜੀ ਲਾਈਨ 'ਚ ਪੁੱਛ ਰਿਹਾ, ਪਹਿਲੀ ਲਾਈਨ ਦੇ ਵਿੱਚ ਸਿਰਫ ਜੋਬ ਬਾਰੇ ਪੁੱਛ ਰਿਹਾ। ਨੌਕਰੀ ਅਗਰ ਤੁਸੀਂ ਕਰਦੇ ਹੋ, ਤੁਸੀਂ ਨੌਕਰੀ ਕਰਦੇ ਹੋ ਤਾਂ ਯੈਸ ਕਰੋ, ਅਦਰਵਾਈਜ਼ ਨੋ ਕਰੋ। ਹੁਣ ਇੱਥੇ ਬਿਜ਼ਨਸ ਪੁੱਛ ਰਿਹਾ, ਜੇ ਤੁਸੀਂ ਬਿਜ਼ਨਸਮੈਨ ਹੋ, ਆਪਣਾ ਕੰਮ ਕਰਦੇ ਹੋ, ਸੈਲਫ ਇੰਪਲੋਏ ਹੋ ਤਾਂ ਆਪਣਾ ਯੈਸ ਕਰੋਗੇ ਸੈਕਿੰਡ ਵਾਲੇ 'ਚ। ਥਰਡ ਦੇ ਵਿੱਚ ਡਿਪੈਂਡ ਕਹਿੰਦੇ ਤੁਸੀਂ ਕਿਤੇ ਫਾਈਨੈਂਸ਼ੀਅਲ ਦੇ ਵਿੱਚ ਕਿਸੇ ਦੇ ਉੱਤੇ ਡਿਪੈਂਡ ਕਰਦੇ ਹੋ, ਕਿਸੇ ਫਾਦਰ 'ਤੇ ਜਾਂ ਕਿਸੇ ਦੇ, ਨੋ। ਠੀਕ ਹੈ। ਹੈਵ ਯੂ ਟਰੈਵਲ ਟੂ ਅਦਰ ਕੰਟਰੀ? ਪਿਛਲੇ 10 ਸਾਲਾਂ 'ਚ ਕਿਤੇ ਗਏ ਹੋ ਘੁੰਮਣ ਫਿਰਨ? ਜੇ ਗਏ ਹੋ ਤਾਂ ਯੈਸ ਕਰੋ, ਨਹੀਂ ਗਏ ਤਾਂ ਨੋ ਕਰੋ। ਆਰ ਯੂ ਅਕੰਪਨੀਇੰਗ ਅ ਫੈਮਿਲੀ ਮੈਂਬਰ? ਕਹਿੰਦੇ ਤੁਹਾਡੇ ਨਾਲ ਦੈਟ ਸਟੇਟਸ, ਕਹਿੰਦੇ ਜਿਹੜਾ ਕੋਈ ਬੰਦਾ ਤੁਹਾਡੇ ਨਾਲ ਉਹਦਾ ਰੀਸੈਂਟਲੀ ਵੀਜ਼ਾ ਅਪਰੂਵ ਹੋਇਆ ਹੋਵੇ ਕੈਨੇਡਾ ਦਾ, ਤੁਹਾਡੇ ਫੈਮਿਲੀ ਮੈਂਬਰ ਕੋਈ ਹੈਗਾ ਜਿਹਦੇ ਨਾਲ ਤੁਸੀਂ ਜਾ ਰਹੇ ਹੋ। ਸੋ ਜੇ ਤੁਹਾਡੇ ਫੈਮਿਲੀ ਮੈਂਬਰ ਕੋਲ ਨਾਲ ਜਾਣ ਵਾਲੇ ਕੋਲ ਵੀਜ਼ਾ ਹੈਗਾ ਤਾਂ ਯੈਸ ਕਰੋ, ਨਹੀਂ ਹੈ ਤਾਂ ਨੋ ਕਰੋ। ਹੈਵ ਯੂ ਐਵਰ ਕਮਿਟਡ? ਕਹਿੰਦੇ ਜੇ ਤੁਸੀਂ ਕਦੇ ਕਿਸੇ ਕੇਸ ਦੇ ਵਿੱਚ ਸਜ਼ਾ ਹੋਈ ਆ, ਅਰੈਸਟ ਹੋਏ ਹੋ ਤਾਂ ਯੈਸ ਕਰੋ, ਨਹੀਂ ਤਾਂ ਨੋ ਕਰੋ। ਹੈਵ ਯੂ ਹੈਡ ਅ ਮੈਡੀਕਲ ਐਗਜ਼ਾਮ? ਕਦੇ ਤੁਹਾਨੂੰ IRCC ਵੱਲੋਂ ਕੋਈ ਅਥੋਰਾਈਜ਼ ਪੈਨਲ ਫਿਜ਼ੀਕਲ ਕੁਛ ਡਾਕਟਰ ਨੇ ਤੁਹਾਨੂੰ ਕਿਹਾ ਹੋਵੇ, ਨਹੀਂ ਕਿਹਾ ਤਾਂ ਇਹਨੂੰ ਨੋ ਕਰੋ। ਅਦਰ ਤੁਸੀਂ ਤੁਹਾਨੂੰ IRCC ਨੇ ਪਹਿਲਾਂ ਕਦੇ ਐਗਜ਼ਾਮ ਲਈ ਕਿਹਾ ਤਾਂ ਇੱਥੇ ਨੋ ਕਰ ਦਿਓ, ਯੈਸ ਕਰ ਦੇਣਾ, ਅਦਰਵਾਈਜ਼ ਨੋ ਹੈਗਾ। ਸੋਰੀ। ਨੈਕਸਟ। ਡੂ ਯੂ ਵਾਂਟ ਟੂ ਸਬਮਿਟ ਐਨ ਐਪਲੀਕੇਸ਼ਨ ਫੋਰ? ਕਹਿੰਦੇ ਤੁਹਾਡੇ ਫੈਮਿਲੀ ਮੈਂਬਰ ਲਈ ਕਰਨਾ ਚਾਹੁੰਦੇ ਹੋ ਕਿ ਆਪਣੇ ਲਈ ਕਰਨਾ ਚਾਹੁੰਦੇ ਹੋ? ਇਕੱਲੇ ਸਿੰਗਲ ਆਪਣਾ ਹੈ? ਹਾਂਜੀ, ਅਸੀਂ ਕਿਸੇ ਫੈਮਿਲੀ ਲਈ ਨਹੀਂ ਕਰਨਾ ਚਾਹੁੰਦੇ, ਸੋ ਨੋ ਕਰਾਂਗੇ। ਕਿ ਡੂ ਯੂ ਹੈਵ ਅ ਸਬਮਿਟ ਐਨ ਐਪਲੀਕੇਸ਼ਨ? ਕਿਸੇ ਹੋਰ ਲਈ ਕਰਨਾ ਚਾਹੁੰਦੇ ਹੋ? ਨੋ। ਇਹਦੇ ਵਿੱਚ ਵੀ ਆਪਾਂ ਨੋ ਕਰਨਾ ਹੈ ਕਿਉਂਕਿ ਉਹ ਪੁੱਛਦਾ ਕਿਸੇ ਤੋਂ ਤੁਸੀਂ ਹੈਲਪ ਲੈ ਰਹੇ ਹੋ, ਤੁਹਾਡਾ ਫਾਰਮ ਕੋਈ ਅਦਰ ਬੰਦਾ ਭਰ ਰਿਹਾ, ਨਹੀਂ ਜੀ ਸਾਡਾ ਕੋਈ ਨਹੀਂ ਭਰ ਰਿਹਾ, ਅਸੀਂ ਆਪ ਭਰ ਰਹੇ, ਸੋ ਇੱਥੇ ਨੋ ਕਰ ਦੇਣਾ। ਨੈਕਸਟ। ਉਹ 10 ਸਾਲਾਂ ਦੇ ਵਿੱਚ ਪਿਛਲੇ ਪਾਸ ਦੇ ਵਿੱਚ ਫਿੰਗਰਪ੍ਰਿੰਟ ਤੁਸੀਂ ਕਦੇ ਦਿੱਤਾ ਹੋਵੇ ਤਾਂ ਯੈਸ ਕਰੋ, ਨਹੀਂ ਦਿੱਤਾ ਤਾਂ ਨੋ ਕਰੋ। ਫਿੰਗਰਪ੍ਰਿੰਟ ਤੁਹਾਡੇ 10 ਸਾਲਾਂ 'ਚ ਇੱਕ ਵਾਰੀ ਹੁੰਦੇ ਨੇ, ਭਾਵੇਂ ਤੁਹਾਡਾ ਵੀਜ਼ਾ ਲੱਗੇ ਭਾਵੇਂ ਰਿਫਿਊਜ਼ ਹੋਵੇ। ਸੋ ਤੁਹਾਨੂੰ 10 ਸਾਲ ਲਈ ਫਿੰਗਰਪ੍ਰਿੰਟ ਦੇਣ ਦੀ ਲੋੜ ਨਹੀਂ ਹੁੰਦੀ, ਜੋ ਤੁਸੀਂ ਇੱਕ ਵਾਰੀ ਬਾਇਓਮੈਟ੍ਰਿਕ ਦੇ ਦਿਓ ਕੈਨੇਡਾ ਵਾਸਤੇ। ਦੇਰ ਆਰ ਫੀਸ? ਕਹਿੰਦੇ ਫੀਸ ਐਸੋਸੀਏਟ ਵਿਦ ਦਾ ਵਿਲ ਯੂ ਪੇਇੰਗ ਦਾ? ਫੀਸ ਕਹਿੰਦੇ ਤੁਸੀਂ ਫੀਸ ਪੇ ਕਰੋਗੇ? ਹਾਂਜੀ ਕਰਾਂਗੇ ਜੀ, ਫੀਸ ਪੇ ਕਦੇ ਵਾਸਤੇ ਨਹੀਂ ਕਰਾਂਗੇ, ਯੈਸ ਕਰ ਦੇਣਾ। ਅੱਗੇ ਚੱਲਦੇ ਹਾਂ। ਆਰ ਯੂ ਏਬਲ ਟੂ ਮੇਕ ਅ ਡਿਜੀਟਲ ਕਾਪੀ? ਤੁਹਾਡੇ ਕੋਲ ਸਕੈਨਰ ਵਗੈਰਾ ਆਫਿਸ 'ਚ ਹੈਗਾ, ਤੁਸੀਂ ਫੋਟੋ ਕਾਪੀ ਆਪ ਅਪਲੋਡ ਕਰ ਸਕਦੇ ਹੋ, ਯੈਸ ਕਰ ਸਕਦੇ ਹਾਂ ਜੀ। ਵਿਲ ਯੂ ਪੇਇੰਗ ਯੋਰ ਐਪਲੀਕੇਸ਼ਨ ਫੀ ਔਨਲਾਈਨ? ਕਹਿੰਦੇ ਤੁਸੀਂ ਪੇ ਕਰੋਗੇ ਔਨਲਾਈਨ ਆਪਣੀ ਫੀਸ ਆਪਣੇ ਕ੍ਰੈਡਿਟ ਕਾਰਡ ਵਗੈਰਾ ਤੋਂ? ਹਾਂਜੀ ਕਰ ਦਾਂਗੇ ਜੀ, ਯੈਸ। ਨੈਕਸਟ ਕਰਦੇ ਹਾਂ ਫਿਰ ਦੁਬਾਰਾ। ਇਹ ਤੁਹਾਨੂੰ ਇੱਕ ਵਾਰੀ ਲਿਸਟ ਦਿਖਾਉਂਦਾ ਤੁਹਾਡੇ ਫਾਰਮ ਦੀ ਸਾਰੀ ਯਾਰ, ਵੀ ਐਡਿਟ ਆਪਸ਼ਨ ਹੈ ਇੱਥੇ।
ਜੇ ਕੋਈ ਬਾਈ ਚਾਂਸ ਮਿਸ ਮੈਚ ਕਿਤੇ ਨਾਮ ਸਪੈਲਿੰਗ ਕੁਛ ਐਡਰੈਸ ਕੁਛ ਵੀ ਹੈਗਾ ਤਾਂ ਤੁਸੀਂ ਠੀਕ ਕਰ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਇੱਕ ਪ੍ਰੂਫ ਦੇ ਰਿਹਾ ਕਿ ਤੁਸੀਂ ਇਹ ਚੀਜ਼ ਕੀਤੀ ਹੋਈ ਆ, ਸੋ ਉਹਨੂੰ ਧਿਆਨ ਨਾਲ ਦੇਖ ਲਓ। ਠੀਕ ਹੈ, ਫੋਰਮ ਨੂੰ ਆਪਣਾ ਤੁਹਾਨੂੰ ਆਪਸ਼ਨ ਦੱਸਦਾ ਵੀ ਇਹਦੇ ਵਿੱਚ ਐਡਿਟ ਕੀਤਾ ਜਾ ਸਕਦਾ ਜੇ ਕਿਤੇ ਤੁਹਾਡੀ ਕੋਈ ਚੀਜ਼ ਮਿਸਮੈਚ ਹੋ ਜਾਂਦੀ ਹੈ। ਸੋ ਇਹਦੇ ਵਿੱਚ ਤੁਸੀਂ ਫੋਰਮ ਦੇ ਵਿੱਚ ਇੱਥੇ ਆਪਣਾ ਚੈੱਕ ਕਰ ਸਕਦੇ ਹੋ। ਰਿਵਿਊ ਯੋਰ ਆਨਸਰਸ ਨਾ, ਕਹਿੰਦਾ ਤੁਸੀਂ ਜਿਹੜੇ ਆਨਸਰ ਦਿੱਤੇ ਇੱਕ ਵਾਰੀ ਦੇਖ ਲਓ। ਆਪਾਂ ਦੇਖ ਲੈਂਦੇ ਇਹਨੂੰ ਇੱਕ ਵਾਰੀ ਧਿਆਨ ਨਾਲ ਦੇਖ ਲਓ ਕਿ ਯੈਸ ਨੋ ਦਾ ਵੀ ਧਿਆਨ ਰੱਖੋ, ਕਿਤੇ ਗਲਤ ਨਾ ਕੁਛ ਹੋ ਜਾਵੇ ਨਾ। ਇੱਥੇ ਕੰਟੀਨਿਊ ਕਰ ਦਿੰਦੇ ਇਹਦੇ ਵਿੱਚ ਤੁਹਾਨੂੰ ਸਬਮਿਟਿੰਗ ਯੋਰ ਐਪਲੀਕੇਸ਼ਨ ਨੂੰ ਲੈ ਕੇ ਥੋੜ੍ਹੀ ਟਰਮਸ ਜਿਹੜੀ ਉਹਨਾਂ ਦੀ ਕੰਡੀਸ਼ਨਾਂ ਨੇ ਡਾਕੂਮੈਂਟ ਨੂੰ ਲੈ ਕੇ ਉਹ ਦੱਸਦੇ ਨੇ ਕਿ ਵੀ ਫੋਟੋ ਤੁਹਾਡੀ ਦਾ ਸਾਈਜ਼ ਕੀ ਹੋਣਾ ਚਾਹੀਦਾ ਅਤੇ PDF ਜਿਹੜੀ ਫਾਈਲ ਤੁਸੀਂ ਅਪਲੋਡ ਕਰਨੀ ਹੈ, ਸਕੈਨ ਕਾਪੀ ਅਪਲੋਡ ਕਰਨੀ ਹੈ, ਇਹਦੇ 'ਤੇ ਧਿਆਨ ਰੱਖਿਓ ਇਸ ਚੀਜ਼ ਦਾ ਖਾਸ ਹੈ ਨਾ। ਸੋ ਕਿਹੜੀ ਜਿਹੜੀ ਫੋਟੋ ਜਿਹੜੀ ਹੈਗੀ ਆ ਤੁਹਾਡੀ ਉਹਦਾ ਸਾਈਜ਼ 35-45 ਦਾ ਸਾਈਜ਼ ਆਉਂਦਾ, ਤੁਸੀਂ ਫੋਟੋਗ੍ਰਾਫਰ ਨੂੰ ਪਤਾ ਹੁੰਦਾ ਜੇ ਤੁਸੀਂ ਕਰਾਓਗੇ। ਸੋ ਉਹ ਫੋਟੋ ਤੁਸੀਂ ਆਪਣੀ ਪੈਨ ਡਰਾਈਵ 'ਚ ਪਾ ਲਿਓ, ਚਾਹੇ ਖਿਚਵਾ ਕੇ ਚਾਹੇ ਮੇਲ 'ਤੇ ਮੰਗਾ ਲਿਓ। ਤੁਸੀਂ ਜਿਹੜੀ ਸੌਫਟ ਕਾਪੀ ਉਹਦੀ ਉੱਥੇ ਅਪਲੋਡ ਕਰਨੀ ਹੈ, ਉਹ JPG ਵੀ ਚੱਲ ਜਾਏਗੀ, PDF ਵੀ ਚੱਲ ਜਾਏਗੀ। ਠੀਕ ਹੈ, ਸਾਈਜ਼ ਪਤਾ ਹੀ ਹੁੰਦਾ ਉਹਨਾਂ ਨੂੰ ਕਿ ਤੁਸੀਂ ਦੱਸੋਗੇ 35-45 ਅਤੇ ਕੈਨੇਡਾ ਵੀਜ਼ਾ ਵਾਸਤੇ 35-45 ਲੱਗਦੀ ਹੈ। ਕੰਟੀਨਿਊ ਕਰਦੇ ਠੀਕ ਹੈ ਜੀ। ਇਹ ਤੁਹਾਡਾ ਹੁਣ ਜੋ ਡਾਕੂਮੈਂਟ ਚੈੱਕਲਿਸਟ ਦੱਸ ਰਿਹਾ, ਹੁਣ ਤੁਸੀਂ ਲੱਗਣਾ ਕੀ ਹੈ। ਪਹਿਲੇ ਦੇ ਵਿੱਚ ਨਾ ਫੋਰਮ ਹੈਗਾ, ਆਹ ਦੇਖੋ 5257 ਫੋਰਮ ਆਉਂਦਾ ਇਹਦਾ, IMM 5257। ਇਹ ਫੋਰਮ ਤੁਹਾਨੂੰ ਮੈਂ ਨੈਕਸਟ ਵੀਡੀਓ ਦੱਸਾਂਗਾ ਭਰਨਾ ਕਿੱਦਾਂ। ਇਹ ਮੇਨ ਵੀਜ਼ਾ ਐਪਲੀਕੇਸ਼ਨ ਫੋਰਮ ਹੁੰਦਾ ਹੈ। ਬਿਜ਼ਨਸ ਰਜਿਸਟ੍ਰੇਸ਼ਨ ਪ੍ਰੂਫ ਲੱਗਦਾ, ਜੇ ਤੁਸੀਂ ਆਪਣਾ ਕੰਮ ਕਰਦੇ ਹੋ ਤਾਂ ਰਜਿਸਟ੍ਰੇਸ਼ਨ ਪ੍ਰੂਫ ਤੁਹਾਡਾ ਲੱਗੇਗਾ। ਪਹਿਲੇ ਆਪਸ਼ਨ 'ਚ ਆਪ ਡਾਊਨਲੋਡ ਜਿਹੜਾ ਅਪਲੋਡ ਹੋਏਗਾ ਉਹ ਤੁਹਾਡਾ ਬਿਜ਼ਨਸ ਦਾ ਪ੍ਰੂਫ ਹੋਏਗਾ। ਦੂਜੇ ਵਿੱਚ ਟਰੈਵਲ ਹਿਸਟਰੀ ਹੈਗੀ ਹੈ। ਰਿਕੁਆਇਰਡ ਕੀ ਹੁੰਦਾ, ਤੁਹਾਡਾ ਪੇਜ ਸਟੈਂਪ ਵਾਲਾ ਪੇਜ ਹੋਣਾ ਚਾਹੀਦਾ ਹੈ। ਵੀਜ਼ਾ ਵੀਜ਼ਾ ਹੋਵੇ ਤਾਂ ਉਹਦੀ ਕਾਪੀ ਰੱਖੋ, ਚਾਹੇ ਬੋਰਡਿੰਗ ਪਾਸ ਰੱਖੋ। ਜੇ ਵੀਜ਼ਾ ਤਾਂ ਵੀਜ਼ਾ ਚਾਹੇ ਐਕਸਪਾਇਰ ਹੋਇਆ ਹੋਵੇ ਪੁਰਾਣਾ ਉਹ ਵੀ ਜ਼ਰੂਰ ਨਾਲ ਲਗਾਓ, ਜੇ ਵੈਲਿਡ ਹੈਗਾ ਤਾਂ ਉਹ ਵੀ ਜ਼ਰੂਰ ਨਾਲ ਲਗਾਓ। ਸੋ ਇਹ ਚੀਜ਼ਾਂ ਦਾ ਸਾਰਿਆਂ ਦਾ ਧਿਆਨ ਰੱਖੋ। ਸੈਕਿੰਡ ਵਾਲੇ ਆਪਸ਼ਨ ਤੁਹਾਨੂੰ ਟਰੈਵਲ ਹਿਸਟਰੀ ਪੁੱਛ ਰਿਹਾ, ਸਟੈਂਪ ਵਾਲੇ ਪੇਜ ਜਿੰਨੇ ਹੈਗੇ ਵੀਜ਼ੇ ਵੈਲਿਡ ਐਕਸਪਾਇਰ ਸਾਰੇ ਅਪਲੋਡ ਕਰੋ। ਅਤੇ ਪਾਸਪੋਰਟ ਦੇ ਵਿੱਚ ਤੁਹਾਡਾ ਪੁੱਛਦਾ ਉਹ ਦੇਖੋ ਉਹਦਾ ਪੇਜ ਜਿਹਦੇ ਵਿੱਚ ਤੁਹਾਡਾ ਐਡਰੈਸ ਅਤੇ ਡੇਟ ਆਫ ਬਰਥ ਆ ਜਾਏਗੀ ਅਤੇ ਓਰੀਜਨਲ ਪਾਸਪੋਰਟ ਆ ਜਾਏਗਾ। ਇਹ ਚੀਜ਼ ਨੂੰ ਸਟਾਰਟਿੰਗ ਦੇ ਵਿੱਚ ਜਿਹੜੇ 2 ਪੇਜ ਹੁੰਦੇ ਫਰੰਟ ਅਤੇ ਲਾਸਟ ਵਾਲੇ ਪੇਜ 'ਤੇ ਤਕਰੀਬਨ ਸਾਰਾ ਕੁਛ ਆ ਜਾਂਦਾ। ਇਹ ਤੁਸੀਂ ਇਹਦੇ ਵਿੱਚ ਪਾਸਪੋਰਟ ਵਾਲੇ ਆਪਸ਼ਨ ਦੇ ਵਿੱਚ ਜਿਹੜਾ ਕਿ ਥਰਡ ਆਪਸ਼ਨ 'ਚ ਇਹਨੂੰ ਅਪਲੋਡ ਕਰਨਾ ਹੈ। ਪ੍ਰੂਫ ਆਫ ਦਾ ਮੀਨਸ ਆਫ ਫਾਈਨੈਂਸ ਵੀ ਸਪੋਰਟ, ਜਿਹੜੀ ਤੁਸੀਂ ਫਾਈਨੈਂਸ ਸਪੋਰਟ ਕੀ ਹੈਗੀ ਤੁਹਾਡੇ ਕੋਲ, ਬੈਂਕ ਬੈਲੈਂਸ ਲੱਗੇਗਾ, ITR ਲੱਗੇਗੀ, ਤੁਹਾਡੀ ਸੈਲਰੀ ਸਲਿੱਪ ਹੈ ਜੇ ਤੁਸੀਂ ਜੋਬ ਕਰਦੇ ਹੋ, ਤੁਹਾਡੀ FD ਹੈਗੀ ਹੈ, ਤੁਹਾਡੀ ਇਨਕਮ ਆ ਰਹੀ ਹੈ, ਕਿਸੋਂ ਦੀ ਇਨਕਮ ਆ ਰਹੀ ਹੈ, ਕੋਈ ਕਿਤੋਂ ਇੰਟਰਸਟ ਆ ਰਿਹਾ ਬੈਂਕ 'ਚੋਂ FD ਦਾ, ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਵੀ ਡਾਕੂਮੈਂਟ ਹੋਵੇ ਤਾਂ ਜਿਹੜਾ ਹਾਈਲਾਈਟ ਕੀਤੇ ਆ ਮੈਂ ਉਹਨੂੰ ਇੱਕ ਵਾਰੀ ਪੜ੍ਹ ਲੈਣਾ ਧਿਆਨ ਨਾਲ। ਇਹ ਤੁਸੀਂ ਜ਼ਰੂਰ ਲਗਾਉਣੇ ਆ ਅਤੇ ਇਹਨਾਂ ਦੀ ਇੱਕ ਫਾਈਲ ਸਾਰੀ ਜੁਆਇੰਟ ਫਾਈਲ ਕਰਕੇ PDF ਬਣਾਉਣੀ ਹੈ 4 MB ਤੋਂ ਥੱਲੇ, ਉਹ ਅਪਲੋਡ ਹੋਣੀ ਹੈ। ਫੋਟੋ ਦੇ ਵਿੱਚ ਤੁਹਾਨੂੰ ਸਾਈਜ਼ ਜਿਹੜਾ ਮੈਂ ਪਹਿਲਾਂ ਦੱਸਿਆ ਸੀ 35-45 ਦਾ ਸਾਈਜ਼ ਹੁੰਦਾ ਅਤੇ JPG ਫੋਲਡਰ ਹੋਏਗਾ ਚਾਹੇ PDF ਹੋਏਗਾ, ਦੋਨੋਂ ਚੱਲਦੇ ਨੇ। ਪਰ ਜਿਹੜਾ ਸਾਈਜ਼ ਹੋਣਾ ਚਾਹੀਦਾ ਹੈ ਉਹ ਸਾਈਜ਼ ਨੂੰ ਜ਼ਰੂਰ ਧਿਆਨ 'ਚ ਰੱਖੋ। 240 MB ਤੋਂ ਲੈ ਕੇ 2.440 KB ਤੋਂ ਲੈ ਕੇ 4 MB ਦੇ ਵਿੱਚ ਦਾ ਸਾਈਜ਼ ਹੋਣਾ ਚਾਹੀਦਾ, ਇਸ ਤੋਂ ਉੱਤੇ ਨਾ ਹੋਵੇ ਸਾਈਜ਼। ਠੀਕ ਹੈ, ਪਰਪਸ ਆਫ ਟਰੈਵਲ ਦੇ ਵਿੱਚ ਤੁਸੀਂ ਆਈਟਨਰੀ ਲਗਾਓ, ਆਪਣੀ ਬੈਸਟ ਕਰਨਾ ਚਾਹੁੰਦੇ ਹੋ, ਡੇ ਬਾਈ ਡੇ ਲਗਾਓ, ਹੋਟਲ ਬੁਕਿੰਗ ਲਗਾਓ, ਫਲਾਈਟ ਲਗਾਓ। ਅਤੇ ਇਹਦੀ 3-4 ਡਾਕੂਮੈਂਟਾਂ ਦੀ ਵੀ ਇੱਕ ਫਾਈਲ ਬਣਾ ਲਓ PDF ਜਿਹੜੀ ਕਿ 4 MB ਤੋਂ ਥੱਲੇ ਹੋਵੇ। ਫੈਮਿਲੀ ਇਨਫੋਰਮੇਸ਼ਨ ਦਾ ਫਾਰਮ ਵੀ ਤੁਹਾਨੂੰ ਮੈਂ ਬਾਅਦ 'ਚ ਦੱਸਾਂਗਾ ਕਿੱਦਾਂ ਭਰਨਾ। ਉਹਦੇ ਵਿੱਚ ਤੁਹਾਡੇ ਬ੍ਰਦਰ ਸਿਸਟਰ ਹਸਬੈਂਡ ਵਾਈਫ ਜੋ ਵੀ ਤੁਸੀਂ ਹੈਗੇ ਹੋ ਕੀ ਕਰਦੇ ਨੇ, ਉਹਨਾਂ ਦਾ ਡੈਜ਼ਿਗਨੇਸ਼ਨ ਕੀ ਆ, ਕੰਮ ਕੀ ਕਰਦੇ ਨੇ, ਹੈ ਨਾ, ਉਹ ਸਾਰਾ ਇਹਦੇ ਵਿੱਚ ਤੁਹਾਨੂੰ ਪੁੱਛਦੇ ਨੇ। ਬੈਸਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ID ਪ੍ਰੂਫ ਵੀ ਜ਼ਰੂਰ ਲਗਾਓ ਤਾਂ ਕਿ ਉਹ ਸਿਕਿਉਰਿਟੀ ਲਈ ਹੋ ਜਾਂਦਾ ਕਿ ਇਹਨਾਂ ਦੀ ਫੈਮਿਲੀ ਬੈਕਗਰਾਊਂਡ ਤੁਹਾਡੀ ਹਮੇਸ਼ਾ ਲਈ ਤੁਹਾਡੇ ਫਾਈਲ ਦੇ ਵਿੱਚ ਚੜ੍ਹ ਜਾਂਦੀ ਹੈ ਕੈਨੇਡੀਅਨ ਐਮਬੈਸੀ ਦੇ ਵਿੱਚ। ਸੋ ਇਹਦੇ ਵਿੱਚ ਤੁਸੀਂ ਸ਼ਡਿਊਲ 1 ਜਿੱਥੇ ਲਿਖਿਆ ਐਪਲੀਕੇਸ਼ਨ ਆਫ ਦਾ ਟੈਂਪਰੇਰੀ ਰੈਜ਼ੀਡੈਂਸ, ਇਹਦੇ ਵਿੱਚ ਤੁਸੀਂ ਆਪਣਾ ਜਿੱਦਾਂ ਕਵਰਿੰਗ ਲੈਟਰ ਹੈ ਤੁਸੀਂ ਕਵਰਿੰਗ ਲੈਟਰ ਲਗਾ ਸਕਦੇ ਹੋ, ਆਪਣੇ ਨੂੰ ਬਰੀਫ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇਨਵੀਟੇਸ਼ਨ ਲੈਟਰ ਹੈ ਕੋਈ ਉਹ ਲਗਾ ਸਕਦੇ ਹੋ। ਸੋ ਦੂਜੇ ਆਪਸ਼ਨ ਦੇ ਵਿੱਚ ਜਦੋਂ ਸੈਕਿੰਡ ਵਾਲਾ ਜਿਹੜਾ ਹੈਗਾ ਉਹ ਤੁਹਾਨੂੰ ਦੱਸਦਾ। ਸੈਕਿੰਡ ਦੇ ਵਿੱਚ ਤੁਸੀਂ ਕਲਾਇੰਟ ਇਨਫੋਰਮੇਸ਼ਨ ਦੇ ਵਿੱਚ ਵੀ ਚਾਹੇ ਕਵਰਿੰਗ ਲੈਟਰ ਲਗਾ ਲਓ, ਚਾਹੇ ਤੁਸੀਂ ਤੁਹਾਡੇ ਕੋਲ ਇਨਵੀਟੇਸ਼ਨ ਲੈਟਰ ਆਇਆ ਕੈਨੇਡਾ ਤੋਂ, ਹੈ ਨਾ, ਉਹ ਲਗਾ ਲਓ ਪਲੀਜ਼। ਸੋ ਇੱਦਾਂ ਇਹ ਥੋੜ੍ਹੀ ਲਿਖਿਆ ਉਹਨਾਂ ਨੇ ਵੀ ਤੁਸੀਂ ਲਗਾ ਲਓ ਜੋ ਤੁਸੀਂ ਲਗਾ ਸਕਦੇ। ਜੋ ਵੀ ਡਾਕੂਮੈਂਟ ਰਹਿ ਗਿਆ ਤੁਹਾਨੂੰ ਲੱਗਦਾ ਜ਼ਰੂਰੀ ਹੈ, ਪ੍ਰੋਪਰਟੀ ਨੂੰ ਲੈ ਕੇ ਹੋਵੇ ਕੁਛ ਹੋਵੇ, ਉਹਨੂੰ ਤੁਸੀਂ ਇੱਥੇ ਲਗਾ ਸਕਦੇ ਹੋ। ਫੀਸ ਇਹ ਦੱਸ ਰਿਹਾ $100 ਤੁਹਾਡੀ ਫੀਸ ਹੈ। $85 ਤੁਹਾਡੇ ਜਿਹੜੇ ਹੈਗੇ ਨੇ ਉਹ ਬਾਇਓਮੈਟ੍ਰਿਕ ਦੇ ਹੁੰਦੇ ਆ, ਜਿਹੜੇ ਕਿ ਇੱਕੋ ਵਾਰੀ ਚਾਰਜ ਹੁੰਦੇ ਆ, 10 ਸਾਲਾਂ ਦੇ ਵਿੱਚ ਇੱਕੋ ਵਾਰੀ ਲੱਗਦੇ ਨੇ। ਨੈਕਸਟ ਟਾਈਮ ਦੇ ਵਿੱਚ ਤੁਹਾਡੇ ਸਿਰਫ ਫੀਸ ਲੱਗਦੀ ਹੁੰਦੀ ਵੀਜ਼ੇ ਦੀ, ਬਾਇਓਮੈਟ੍ਰਿਕ ਦੇ ਨਹੀਂ ਲੱਗਦੇ ਹੁੰਦੇ। ਸੋ ਜਦੋਂ ਆਪਾਂ ਇਹ ਫਾਰਮ ਸਾਰਾ ਡਾਕੂਮੈਂਟ ਤੁਸੀਂ ਅਪਲੋਡ ਕਰ ਦੋਗੇ, ਜਿੱਥੇ ਫੀਸ ਲਿਖੀ ਹੈ $180 ਉਹਦੇ ਵਿੱਚ ਇਹ ਤੋਂ ਥੱਲੇ ਵਾਲਾ ਆਪਸ਼ਨ ਕੰਟੀਨਿਊ ਆ ਜਾਂਦਾ, ਨੈਕਸਟ ਆ ਜਾਂਦਾ। ਉੱਥੇ ਤੁਹਾਡੇ ਕੋਲ ਪੇਮੈਂਟ ਦਾ ਆਪਸ਼ਨ ਆ ਜਾਂਦਾ, ਪੇਮੈਂਟ ਆਪਣੀ ਭਰੋ ਅਤੇ ਤੁਹਾਡਾ ਫਾਰਮ ਐਮਬੈਸੀ ਕੋਲ ਸਿੱਧਾ ਰਿਸੀਵ ਹੋ ਜਾਂਦਾ। ਸੋ ਇਹ ਇਨਫੋਰਮੇਸ਼ਨ ਸੀਗੀ ਅੱਜ ਦੀ।
ਤੇ ਇਸ ਤੋਂ ਤੁਹਾਡਾ ਵੀਜ਼ਾ ਜਿਹੜਾ ਹੈਗਾ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ। ਫਰਦਰ ਹੈਲਪ ਦੇ ਲਈ ਮੇਰਾ ਈਮੇਲ ਆਈਡੀ ਵਿੱਚ ਲਿਖਿਆ ਹੋਇਆ, ਲਾਸਟ ਦੇ ਵਿੱਚ ਆਉਂਦਾ, ਚੈਨਲ ਦੇ ਵਿੱਚ ਵੀ ਆਉਂਦਾ ਹੈ, ਟਰੈਵਲਸ ਕਿੰਗ ਚੰਡੀਗੜ੍ਹ ਤੋਂ ਅਸੀਂ ਹੈਗੇ ਆ। ਸੋ ਜੋ ਇਨਫੋਰਮੇਸ਼ਨ ਦਿੱਤੀ ਹੈ ਇਹਦੇ ਵਿੱਚ ਕੋਈ ਤੁਹਾਨੂੰ ਲੱਗਦੀ ਹੋਵੇ ਕਿ ਘੱਟ ਹੈ ਜਾਂ ਮਿਸ ਲੱਗਦੀ ਹੈ, ਕਿਸੇ ਜਾਣਨਾ ਚਾਹੁੰਦੇ ਹੋ, ਤੁਸੀਂ ਮੇਲ ਕਰ ਦਿਓ ਮੈਨੂੰ ਜਦੋਂ ਮਰਜ਼ੀ। ਮੇਲ ਆਈਡੀ ਤੁਸੀਂ ਕਰੋਗੇ ਤੁਹਾਨੂੰ ਮੈਂ ਰਿਵਰਟ ਕਰ ਦਾਂਗਾ। ਜਿਹੜਾ 5257 ਫੋਰਮ ਹੈ ਤੇ ਜਿਹੜਾ ਫੈਮਿਲੀ ਇਨਫੋਰਮੇਸ਼ਨ ਵਾਲਾ ਫੋਰਮ ਹੈਗਾ, ਤੇ ਇਹ ਫੋਰਮ ਤੁਹਾਨੂੰ ਮੈਂ ਨੈਕਸਟ ਵੀਡੀਓ ਸਾਰਾ ਦੱਸ ਦਾਂਗਾ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ। ਇਹਨੂੰ ਬੜੇ ਧਿਆਨ ਨਾਲ ਭਰਨਾ ਹੈ। ਇਹਦੀ PDF ਜਿਹੜੀ ਫਾਈਲ ਹੁੰਦੀ ਹੈ ਉਹਦੇ ਵਿੱਚ ਹੀ ਆਨਲਾਈਨ ਕੰਪਿਊਟਰ ਤੇ ਭਰ ਕੇ ਤੁਸੀਂ ਅਪਲੋਡ ਕਰਨੇ ਆ 2 ਫੋਰਮ। ਥੈਂਕ ਯੂ।